ਇਹ ਗੱਲ ਹੈ ਸੰਨ 1914 ਦੀ, ਜਦ ਇੱਕ 8 ਸਾਲ ਦਾ ਬੱਚਾ ਜਾਪਾਨ ਦੇ ਇੱਕ ਪਿੰਡ ਵਿੱਚ ਖੇਲ ਰਿਹਾ ਸੀ। ਉਸ ਟਾਈਮ ਉਸਨੇ 4 ਟਾਇਰਾਂ ਵਾਲੀ ਇੱਕ ਮਸ਼ੀਨ ਦੇਖੀ ਅਤੇ ਉਹ ਫੋਰਡ ਦੀ ਮਾਡਲ ਟੀ ਸੀ। ਇਸ ਨੂੰ ਦੇਖ ਕੇ ਉਹ ਬੱਚਾ ਬਹੁਤ ਜ਼ਿਆਦਾ ਹੈਰਾਨ ਹੋਇਆ ਤੇ ਉਹੀ ਇੱਕ ਦਿਨ ਸੀ ਜਦ 8 ਸਾਲ ਦੇ ਬੱਚੇ ਨੂੰ ਗੱਡੀਆਂ ਅਤੇ ਮਕੈਨੀਕਲ ਪਾਰਟਸ ਨਾਲ ਲਗਾਵ ਹੋਇਆ, ਜਿਸ ਦਾ ਨਾਮ ਸੀ ਸੁਚਾਇਰੋ ਹੋਂਡਾ। ਕਿਸ ਨੂੰ ਪਤਾ ਸੀ ਕਿ ਆਉਣ ਵਾਲੇ ਟਾਈਮ ਵਿੱਚ ਇਸ ਬੱਚੇ ਦਾ ਨਾਮ ਸਾਨੂੰ ਹਰ ਛੋਟੀ ਵੱਡੀ ਗੱਡੀ ਉੱਪਰ ਮਿਲੇਗਾ। ਸਤਿ ਸ੍ਰੀ ਅਕਾਲ ਜੀ। ਦਾ ਫੈਕਟ ਪੰਜਾਬ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ। ਸੋ ਇਸ ਵੀਡੀਓ ਨੂੰ ਜ਼ਰੂਰ ਲਾਸਟ ਤੱਕ ਦੇਖਿਓ। ਹੋ ਸਕਦਾ ਹੈ ਇਸ ਵੀਡੀਓ ਨੂੰ ਦੇਖ ਕੇ ਤੁਹਾਡੇ ਅੰਦਰ ਵੀ ਜ਼ਿੰਦਗੀ ਨੂੰ ਬਦਲਣ ਦਾ ਯਾਨੀ ਕਿ ਕੁਝ ਨਾ ਕੁਝ ਕਰਨ ਦਾ ਜਜ਼ਬਾ ਪੈਦਾ ਹੋ ਜਾਵੇ। ਸੋ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ। ਤੁਹਾਡੇ ਲਾਈਕ ਕਮੈਂਟ ਨਾਲ ਸਾਡੇ ਵਿੱਚ ਹੋਰ ਵੀ ਵਧੀਆ ਜਾਣਕਾਰੀ ਇਕੱਠੀ ਕਰਨ ਦਾ ਹੌਸਲਾ ਮਿਲਦਾ ਹੈ। ਸੋ ਹੁਣ ਕਰਦੇ ਹਾਂ ਇਸ ਬੱਚੇ ਦੀ ਕਹਾਣੀ ਸ਼ੁਰੂ। ਕਿਵੇਂ ਇੱਕ 8 ਸਾਲ ਦਾ ਬੱਚਾ ਪੜ੍ਹਾਈ ਵਿੱਚ ਨਲਾਇਕ ਤੇ ਝਾੜੂ ਪੋਚੇ ਦਾ ਕੰਮ ਕਰਨ ਤੋਂ ਲੈ ਕੇ ਹੋਂਡਾ ਦਾ ਮਾਲਕ ਬਣਿਆ। ਸੰਨ 1906 ਵਿੱਚ ਜਾਪਾਨ ਦੇ ਮਾਊਂਟ ਫੂਜੀ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਵਿੱਚ ਸੁਚਾਇਰੋ ਹੋਂਡਾ ਦਾ ਜਨਮ ਹੋਇਆ। ਉਸ ਦੇ ਪਿਤਾ ਲੋਹਾਰ ਹੋਣ ਦੇ ਨਾਲ ਪਾਰਟ ਟਾਈਮ ਸਾਈਕਲ ਰਿਪੇਅਰ ਦਾ ਵੀ ਕੰਮ ਕਰਦੇ ਸੀ। ਹੋਂਡਾ ਦੇ 5 ਭੈਣ ਭਰਾ ਪਹਿਲਾਂ ਹੀ ਕਿਸੇ ਬਿਮਾਰੀ ਕਰਕੇ ਮਰ ਚੁੱਕੇ ਸੀ ਤੇ ਉਸ ਦੇ ਮਾਂ-ਬਾਪ ਨੂੰ ਇਸ ਬੱਚੇ ਤੋਂ ਕਾਫੀ ਉਮੀਦਾਂ ਸੀ, ਪਰ ਹੋਂਡਾ ਨੂੰ ਪੜ੍ਹਾਈ ਨਾਲ ਕੋਈ ਵੀ ਲਗਾਵ ਨਹੀਂ ਸੀ। ਪਰ ਉਸ ਨੂੰ ਆਪਣੇ ਬਾਪ ਨਾਲ ਸਾਈਕਲ ਰਿਪੇਅਰ ਕਰਨ ਵਿੱਚ ਜ਼ਿਆਦਾ ਦਿਲਚਸਪੀ ਸੀ। ਜਦ ਉਹ 16 ਸਾਲ ਦਾ ਹੋਇਆ ਤਾਂ ਉਸਨੇ ਨਿਊਜ਼ਪੇਪਰ ਵਿੱਚ ਇੱਕ ਜੌਬ ਦੀ ਐਡ ਦੇਖੀ। ਆਰਟ ਸੁਕਾਈ ਨਾਮ ਦੇ ਟੋਕੀਓ ਦੇ ਆਟੋਮੋਬਾਈਲ ਸੈਂਟਰ ਤੇ ਟੈਕਨੀਸ਼ੀਅਨ ਚਾਹੀਦੇ ਸੀ। ਹੋਂਡਾ ਨੇ ਕੰਪਨੀ ਨੂੰ ਜੌਬ ਲਈ ਲੈਟਰ ਲਿਖਿਆ ਅਤੇ ਖੁਸ਼ਕਿਸਮਤੀ ਨਾਲ ਉਸ ਨੂੰ ਪੋਜ਼ਿਟਿਵ ਰਿਪਲਾਈ ਵੀ ਆ ਗਿਆ ਤੇ ਹੋਂਡਾ ਆਪਣਾ ਘਰ, ਪੜ੍ਹਾਈ ਸਭ ਕੁਝ ਛੱਡ ਕੇ ਕਮਾਉਣ ਲਈ ਟੋਕੀਓ ਲਈ ਰਵਾਨਾ ਹੋ ਗਿਆ। ਤੇ ਜਦੋਂ ਹੋਂਡਾ ਪਤੇ ਦੀ ਜਗ੍ਹਾ ਤੇ ਪਹੁੰਚਿਆ ਤਾਂ ਜੋ ਸੁਪਨੇ ਘਰ ਤੋਂ ਨਿਕਲ ਕੇ ਸਜਾਏ ਸੀ, ਉਸ ਨੇ ਸੁਪਨੇ ਟੁੱਟ ਗਏ। ਕੰਪਨੀ ਦੇ ਮਾਲਕ ਨੇ ਹੋਂਡਾ ਕੋਲੋਂ ਸਾਫ਼ ਸਫਾਈ ਦਾ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਨਾਲ ਹੀ ਬੇਬੀ ਸਿਟਿੰਗ ਤੇ ਲਗਾ ਦਿੱਤਾ। ਹੋਂਡਾ ਵਿਚਾਰਾ ਕਰਦਾ ਤਾਂ ਕੀ ਕਰਦਾ। ਇੱਕ ਪਾਸੇ ਤਾਂ ਉਹ ਆਪਣਾ ਘਰ-ਬਾਰ, ਮਾਂ-ਬਾਪ ਛੱਡ ਕੇ ਆਇਆ ਸੀ ਤੇ ਦੂਜੇ ਪਾਸੇ ਉਸ ਤੋਂ ਫਾਲਤੂ ਕੰਮ ਕਰਵਾਏ ਜਾ ਰਹੇ ਸੀ। ਉਹਨੂੰ ਵਾਪਸ ਘਰ ਜਾਣ ਤੋਂ ਸ਼ਰਮ ਆ ਰਹੀ ਸੀ ਕਿ ਘਰ ਜਾ ਕੇ ਮਾਂ-ਬਾਪ ਨੂੰ ਕਿੱਦਾਂ ਫੇਸ ਕਰਾਂਗਾ ਤੇ ਇਸ ਵਜ੍ਹਾ ਕਰਕੇ ਕਈ ਮਹੀਨਿਆਂ ਤੱਕ ਉਹ ਉੱਥੇ ਹੀ ਕੰਮ ਕਰਦਾ ਰਿਹਾ। ਕੁਝ ਮਹੀਨਿਆਂ ਬਾਅਦ ਮਾਲਕ ਨੇ ਹੋਂਡਾ ਕੋਲੋਂ ਵਰਕਸ਼ਾਪ ਦੇ ਕੰਮ ਵੀ ਲੈਣੇ ਸ਼ੁਰੂ ਕਰ ਦਿੱਤੇ। ਹੋਂਡਾ ਨੂੰ ਇਸ ਕੰਮ ਵਿੱਚ ਸ਼ੁਰੂ ਤੋਂ ਇੰਟਰਸਟ ਸੀ, ਇਸ ਲਈ ਉਹ ਚੀਜ਼ਾਂ ਨੂੰ ਆਸਾਨੀ ਨਾਲ ਸਮਝ ਜਾਂਦਾ ਸੀ। ਕੁਝ ਹੀ ਮਹੀਨਿਆਂ ਵਿੱਚ ਉਹ ਹਰ ਤਰ੍ਹਾਂ ਦੀ ਗੱਡੀ ਤੇ ਉਸ ਦੇ ਪਾਰਟਸ ਬਾਰੇ ਜਾਣ ਚੁੱਕਾ ਸੀ। ਉਸ ਦੌਰਾਨ ਆਰਟ ਸੁਕਾਈ ਨੇ 2 ਸਪੋਰਟਸ ਕਾਰਾਂ ਵੀ ਬਣਾਈਆਂ, ਜੋ ਕਿ ਪਹਿਲੀ ਕਾਰ ਆਰਟ ਡੈਮਲਰ ਸੀ ਤੇ ਦੂਜੀ ਕਰਟਿਸ, ਤੇ ਇਹ ਦੋਨੋਂ ਗੱਡੀਆਂ ਯੂਜ ਇੰਜਣਾਂ ਦੀ ਵਰਤੋਂ ਕਰਕੇ ਬਣਾਈਆਂ ਗਈਆਂ ਸੀ ਤੇ ਇਹਨਾਂ ਨੇ ਜਾਪਾਨੀ ਮੋਟਰ ਕਾਰ ਚੈਂਪੀਅਨਸ਼ਿਪ ਸੰਨ 1924 ਵਿੱਚ ਪਹਿਲੇ ਸਥਾਨ ਤੇ ਆਈਆਂ ਸੀ। ਹੋਂਡਾ ਹੁਣ ਤੱਕ ਵਧੀਆ ਮਕੈਨਿਕ ਬਣ ਗਿਆ ਸੀ ਤੇ ਇਸ ਰੇਸ ਵਿੱਚ ਉਹ ਡਰਾਈਵਰ ਨਾਲ ਇੰਜੀਨੀਅਰ ਦੇ ਤੌਰ ਤੇ ਬੈਠਾ ਸੀ ਤੇ ਇਹੀ ਉਹ ਈਵੈਂਟ ਸੀ ਜਿਸ ਤੋਂ ਹੋਂਡਾ ਨੇ ਮੋਟਰ ਸਪੋਰਟਸ ਨੂੰ ਆਪਣਾ ਰਿਲੀਜਨ ਬਣਾ ਲਿਆ। ਅਗਲੇ ਕੁਝ ਸਾਲਾਂ ਤੱਕ ਉਹ ਆਰਟ ਸੁਕਾਈ ਵਿੱਚ ਹੀ ਜੌਬ ਕਰਦਾ ਰਿਹਾ ਅਤੇ ਆਪਣੇ ਐਕਸਪੀਰੀਅੰਸ ਨੂੰ ਵਧਾਉਂਦਾ ਰਿਹਾ। ਸੰਨ 1928 ਵਿੱਚ 22 ਸਾਲ ਦੀ ਉਮਰ ਵਿੱਚ ਉਸ ਦੇ ਮਾਲਕ ਨੇ ਆਪਣੀ ਇੱਕ ਹੋਰ ਬ੍ਰਾਂਚ ਖੋਲ੍ਹਣ ਦਾ ਫੈਸਲਾ ਲੈ ਲਿਆ। ਇਸ ਬ੍ਰਾਂਚ ਹਮਾਮਟਸੂ ਸ਼ਹਿਰ ਵਿੱਚ ਸੀ, ਜਿਸ ਨੂੰ ਚਲਾਉਣ ਲਈ ਮਾਲਕ ਨੇ ਹੋਂਡਾ ਨੂੰ ਜ਼ਿੰਮੇਵਾਰੀ ਦੇ ਕੇ ਉੱਥੇ ਭੇਜ ਦਿੱਤਾ। ਹੋਂਡਾ ਨੇ ਬ੍ਰਾਂਚ ਨੂੰ ਇੱਕ ਵਰਕਰ ਤੋਂ ਲੈ ਕੇ 2 ਸਾਲਾਂ ਵਿੱਚ 30 ਵਰਕਰਾਂ ਤੱਕ ਪਹੁੰਚਾ ਦਿੱਤਾ ਤੇ ਹੁਣ ਤੱਕ ਹੋਂਡਾ ਇੱਕ ਬ੍ਰਿਲੀਅੰਟ ਮਕੈਨਿਕ ਅਤੇ ਰੇਸਿੰਗ ਡਰਾਈਵਰ ਵੀ ਬਣ ਗਿਆ ਸੀ। ਉਸਨੇ ਆਪਣੇ ਵੱਲੋਂ ਆਪਣੇ ਮਾਲਕ ਲਈ ਇੱਕ ਸਪੋਰਟਸ ਕਾਰ ਡਿਜ਼ਾਈਨ ਕੀਤੀ ਜੋ ਕਿ 120 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਚੱਲ ਸਕਦੀ ਸੀ, ਜਿਸ ਨੇ ਪੁਰਾਣੇ ਸਭ ਰਿਕਾਰਡ ਤੋੜ ਦਿੱਤੇ ਸੀ। ਇਹ ਰਿਕਾਰਡ ਅਗਲੇ 20 ਸਾਲ ਤੱਕ ਜਾਪਾਨ ਦਾ ਹਾਈਐਸਟ ਰਿਕਾਰਡ ਬਣਿਆ ਰਿਹਾ। ਆਰਟ ਸੁਕਾਈ ਦੇ ਮਾਲਕ ਦੇ ਦਿਲ ਵਿੱਚ ਹੋਂਡਾ ਦੀ ਅਹਿਮੀਅਤ ਬਹੁਤ ਵੱਧ ਚੁੱਕੀ ਸੀ। ਉਹ ਆਪਣੀ ਖੁਦ ਦੀ ਵਰਕਸ਼ਾਪ ਖੋਲ੍ਹਣਾ ਚਾਹੁੰਦਾ ਸੀ, ਲੇਕਿਨ ਕਿਸਮਤ ਨੂੰ ਸ਼ਾਇਦ ਇਹ ਮਨਜ਼ੂਰ ਨਹੀਂ ਸੀ। ਸੰਨ 1936 ਵਿੱਚ ਰੇਸਿੰਗ ਦੇ ਦੌਰਾਨ ਹੋਂਡਾ ਦਾ ਖਤਰਨਾਕ ਹਾਦਸਾ ਹੋ ਗਿਆ। ਇਸ
ਐਕਸੀਡੈਂਟ ਵਿੱਚ ਉਸ ਦੀ ਜਾਨ ਤਾਂ ਬਚ ਗਈ, ਪਰ ਉਸ ਦੀਆਂ ਲੱਤਾਂ ਬਾਹਾਂ ਟੁੱਟ ਗਈਆਂ ਤੇ ਹੋਰ ਵੀ ਬਹੁਤ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਫਿਰ ਉਸ ਨੂੰ ਆਪਣੀ ਜ਼ਿੰਦਗੀ ਇੱਥੇ ਹੀ ਖਤਮ ਹੁੰਦੀ ਦਿਖਾਈ ਦੇ ਰਹੀ ਸੀ, ਕਿਉਂਕਿ ਨਾ ਉਹ ਮਕੈਨਿਕ ਦਾ ਕੰਮ ਕਰ ਸਕਦਾ ਸੀ ਤੇ ਨਾ ਹੀ ਰੇਸਿੰਗ ਵਿੱਚ ਹਿੱਸਾ ਲੈ ਸਕਦਾ ਸੀ। ਕਈ ਮਹੀਨਿਆਂ ਬਾਅਦ ਜਦ ਉਹ ਦੁਬਾਰਾ ਠੀਕ ਹੋਇਆ ਤਾਂ ਉਸਨੇ ਆਪਣੇ ਮਾਲਕ ਨੂੰ ਬੇਨਤੀ ਕੀਤੀ ਕਿ ਹੁਣ ਰਿਪੇਅਰਿੰਗ ਦਾ ਕੰਮ ਨਹੀਂ ਕਰ ਸਕਦਾ, ਬਲਕਿ ਉਸਨੇ ਇੱਕ ਆਈਡੀਆ ਦਿੱਤਾ ਕਿ ਉਹ ਹੁਣ ਸਪੇਅਰ ਪਾਰਟਸ ਬਣਾਉਣ ਲਈ ਅਲੱਗ ਕੰਪਨੀ ਸ਼ੁਰੂ ਕਰੇ। ਉਸ ਦੀ ਕੰਪਨੀ ਨੇ ਹੋਂਡਾ ਦਾ ਇਹ ਆਈਡੀਆ ਫੌਰਨ ਰਿਜੈਕਟ ਕਰ ਦਿੱਤਾ। ਉਹਨਾਂ ਨੂੰ ਆਲਰੇਡੀ ਪ੍ਰੋਫਿਟ ਮਿਲ ਰਿਹਾ ਸੀ, ਉਹ ਨਹੀਂ ਚਾਹੁੰਦੇ ਸੀ ਕਿ ਕੋਈ ਹੋਰ ਵੀ ਦੂਸਰਾ ਰਿਸਕ ਲਿਆ ਜਾਵੇ। ਪਰ ਹੋਂਡਾ ਨੇ ਫੈਸਲਾ ਲਿਆ ਕਿ ਸਪੇਅਰ ਪਾਰਟਸ ਬਣਾਉਣ ਵਾਲੀ ਕੰਪਨੀ ਉਹ ਇਕੱਲਾ ਹੀ ਖੋਲ੍ਹੇਗਾ। ਸੰਨ 1936 ਵਿੱਚ 30 ਸਾਲ ਦੀ ਉਮਰ ਵਿੱਚ ਉਸਨੇ ਆਪਣੇ ਦੋਸਤ ਨਾਲ ਮਿਲ ਕੇ ਟੋਕਾਈ ਸੇਕੀ ਹੈਵੀ ਇੰਡਸਟਰੀ ਕੰਪਨੀ ਖੋਲ੍ਹ ਲਈ ਅਤੇ ਆਪਣੇ ਦੋਸਤ ਚਾਇਰੋ ਕਾਟੋ ਨੂੰ ਕੰਪਨੀ ਦਾ ਪ੍ਰੈਜ਼ੀਡੈਂਟ ਬਣਾ ਦਿੱਤਾ। ਕੰਪਨੀ ਤਾਂ ਖੋਲ੍ਹ ਲਈ, ਪਰ ਹੋਂਡਾ ਕੋਲ ਇਸ ਕੰਪਨੀ ਨੂੰ ਚਲਾਉਣ ਲਈ ਕੋਈ ਵੀ ਇਨਵੈਸਟਮੈਂਟ ਨਹੀਂ ਸੀ। ਦਿਨ ਭਰ ਆਪਣੀ ਪਹਿਲਾਂ ਵਾਲੀ ਕੰਪਨੀ ਵਿੱਚ ਕੰਮ ਕਰਦਾ ਅਤੇ ਰਾਤ ਨੂੰ ਆਪਣੀ ਨਵੀਂ ਕੰਪਨੀ ਵਿੱਚ ਇੰਜਣ ਪਿਸਟਨ ਬਣਾਉਣ ਦਾ ਕੰਮ ਕਰਦਾ। ਅਗਲੇ ਕੁਝ ਮਹੀਨਿਆਂ ਤੱਕ ਉਹ ਇਹੀ ਰੂਟੀਨ ਤੇ ਚੱਲਦਾ ਰਿਹਾ, ਪਰ ਉਸ ਨੂੰ ਕੋਈ ਵੀ ਕਾਮਯਾਬੀ ਨਾ ਮਿਲ ਸਕੀ। ਉਲਟਾ ਉਹ ਲਗਾਤਾਰ ਸ਼ਿਫਟਾਂ ਲਗਾ ਕੇ ਕਮਜ਼ੋਰ ਹੋ ਚੁੱਕਾ ਸੀ। ਇੱਕ ਤੋਂ ਬਾਅਦ ਇੱਕ ਨਾਕਾਮੀ ਉਸਦਾ ਰਸਤਾ ਰੋਕ ਕੇ ਬੈਠੀ ਸੀ। ਫਿਰ ਉਸਨੇ ਮੈਟਲਰਜੀ ਵਿੱਚ ਕਾਮਯਾਬੀ ਹਾਸਲ ਕਰਨ ਲਈ ਇੱਕ ਯੂਨੀਵਰਸਿਟੀ ਵਿੱਚ ਐਡਮਿਸ਼ਨ ਲੈ ਲਈ। ਸੰਨ 1939 ਵਿੱਚ 3 ਸਾਲ ਦੀ ਲਗਾਤਾਰ ਮਿਹਨਤ ਕਰਨ ਤੋਂ ਬਾਅਦ ਉਹ ਇੱਕ ਪਿਸਟਨ ਬਣਾਉਣ ਵਿੱਚ ਕਾਮਯਾਬ ਹੋ ਹੀ ਗਿਆ। ਫਿਰ ਉਸਨੇ ਆਰਟਸਕਾਈ ਕੰਪਨੀ ਚੋਂ ਜੌਬ ਛੱਡ ਕੇ ਫੁੱਲ ਟਾਈਮ ਪਿਸਟਨ ਬਣਾਉਣ ਵਿੱਚ ਲੱਗ ਗਿਆ, ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੇ ਬਣਾਏ ਗਏ ਪਿਸਟਨ ਵਿੱਚ ਹਜੇ ਵੀ ਕਈ ਕਮੀਆਂ ਨੇ। ਉਸਨੇ ਟੋਇਟਾ ਕੰਪਨੀ ਨੂੰ ਆਪਣੇ ਪਿਸਟਨ ਆਫਰ ਕੀਤੇ ਤੇ ਟੋਇਟਾ ਨੇ 50 ਵਿੱਚੋਂ 47 ਡਿਜ਼ਾਈਨ ਰਿਜੈਕਟ ਕਰ ਦਿੱਤੇ। ਇਹ ਖਬਰ ਹੋਂਡਾ ਲਈ ਬਿਜਲੀ ਬਣ ਗਿਰੀ, ਕਿਉਂਕਿ ਉਸ ਕੋਲ ਹੁਣ ਵਾਪਸੀ ਦਾ ਵੀ ਕੋਈ ਰਸਤਾ ਨਹੀਂ ਸੀ। ਉਸਨੇ ਅਲੱਗ-ਅਲੱਗ ਕੰਪਨੀਆਂ ਦੀਆਂ ਰਿਕੁਆਇਰਮੈਂਟਸ ਨੂੰ ਸਮਝਣ ਲਈ ਪੂਰੇ ਜਾਪਾਨ ਦੇ ਦੌਰੇ ਕਰਨੇ ਸ਼ੁਰੂ ਕਰ ਦਿੱਤੇ। ਅਲੱਗ-ਅਲੱਗ ਫੈਕਟਰੀਆਂ ਵਿੱਚ ਗਿਆ, ਕਾਰ ਮੈਨੂਫੈਕਚਰਰਜ਼ ਨੂੰ ਮਿਲਿਆ ਅਤੇ ਅਗਲੇ ਕਈ ਸਾਲ ਉਸਨੇ ਮਾਰਕੀਟ ਨੂੰ ਸਮਝਣ ਵਿੱਚ ਲਗਾ ਦਿੱਤੇ। ਅਤੇ ਉਸ ਤੋਂ ਬਾਅਦ ਹੋਂਡਾ ਨੇ ਇੱਕ ਵਾਰ ਫਿਰ ਪਿਸਟਨ ਬਣਾਇਆ। ਇਸ ਵਾਰ ਇਸ ਪਿਸਟਨ ਨੇ ਸਾਰੀਆਂ ਕੰਪਨੀਆਂ ਨੇ ਪਾਸ ਕਰ ਦਿੱਤਾ। ਉਸ ਨੂੰ ਲਗਾਤਾਰ ਆਰਡਰ ਮਿਲਣੇ ਸ਼ੁਰੂ ਹੋ ਗਏ ਅਤੇ ਇੱਕ ਵਾਰ ਫਿਰ ਹੋਂਡਾ ਨੂੰ ਆਪਣੇ ਸੁਪਨੇ ਪੂਰੇ ਹੁੰਦੇ ਹੋਏ ਦਿਖਾਈ ਦਿੱਤੇ। ਆਰਡਰਾਂ ਨੂੰ ਪੂਰਾ ਕਰਨ ਲਈ ਉਸਨੇ ਕੰਪਨੀ ਵਿੱਚ 2000 ਵਰਕਰ ਵੀ ਰੱਖ ਲਏ, ਪਰ ਹੁਣ ਫਿਰ ਹੋਂਡਾ ਦੀ ਇਹ ਖੁਸ਼ੀ ਚੰਦ ਕੁ ਮਹੀਨਿਆਂ ਲਈ ਸੀ। ਸੰਨ 1941 ਵਿੱਚ ਜਾਪਾਨ ਵਰਲਡ ਵਾਰ II ਵਿੱਚ ਲੱਗ ਗਿਆ ਅਤੇ ਮਿਨਿਸਟਰੀ ਨੇ ਕਈ ਜਾਪਾਨੀ ਕੰਪਨੀਆਂ ਨੂੰ ਆਪਣੇ ਕੰਟਰੋਲ ਵਿੱਚ ਲੈ ਲਿਆ, ਜਿਸ ਵਿੱਚ ਇੱਕ ਕੰਪਨੀ ਚਾਇਰੋ ਹੋਂਡਾ ਦੀ ਵੀ ਸੀ। ਹੋਂਡਾ ਨੂੰ ਡਾਊਨਗ੍ਰੇਡ ਕਰਕੇ ਉਸ ਦੀ ਹੀ ਕੰਪਨੀ ਦਾ ਸੀਨੀਅਰ ਮੈਨੇਜਰ ਡਾਇਰੈਕਟਰ ਬਣਾ ਦਿੱਤਾ ਅਤੇ ਪਾਰਟਸ ਵਿੱਚ ਕਮੀ ਆਉਣ ਲੱਗੀ, ਜਦ ਕਿ ਕੰਪਨੀ ਦੇ ਵਰਕਰਾਂ ਨੂੰ ਮਿਲਟਰੀ ਸਰਵਿਸ ਵਿੱਚ ਲਗਾ ਦਿੱਤਾ ਗਿਆ। ਅਗਲੇ 3 ਸਾਲ ਬਹੁਤ ਮੁਸ਼ਕਿਲ ਹਾਲਤ ਵਿੱਚ ਗੁਜ਼ਰੇ, ਪਰ ਸੰਨ 1944 ਵਿੱਚ ਇੱਕ ਘਟਨਾ ਹੋਈ ਜਿਸ ਨੇ ਹੋਂਡਾ ਦੀਆਂ ਉਮੀਦਾਂ ਉੱਪਰ ਬਿਲਕੁਲ ਪਾਣੀ ਫੇਰ ਦਿੱਤਾ। ਏਅਰ ਰੇਡ ਦੁਆਰਾ ਇੱਕ ਮਿਜ਼ਾਈਲ ਸਿੱਧੀ ਹੋਂਡਾ ਦੀ ਕੰਪਨੀ ਵਿੱਚ ਆ ਲੱਗੀ। ਪੂਰੇ ਦੇਸ਼ ਦੇ ਹਾਲਾਤ ਬਹੁਤ ਖਰਾਬ ਹੁੰਦੇ ਜਾ ਰਹੇ ਸੀ। ਜਾਪਾਨ ਜੰਗ ਹਾਰਦਾ ਹੋਇਆ ਦਿਖਾਈ ਦੇ ਰਿਹਾ ਸੀ। ਫਿਰ ਸੰਨ 1945 ਵਿੱਚ 2 ਨਿਊਕਲੀਅਰ ਅਟੈਕ ਹੋਏ, ਜਿਸ ਨੇ ਜਾਪਾਨ ਦੀ ਬਿਲਕੁਲ ਕਮਰ ਹੀ ਤੋੜ ਦਿੱਤੀ। ਇਸ ਤੋਂ ਬਾਅਦ ਜਾਪਾਨ ਨੇ ਅਮਰੀਕਨਸ ਦੇ ਸਾਹਮਣੇ ਸਰੈਂਡਰ ਕਰ ਦਿੱਤਾ। ਜੰਗ ਤਾਂ ਹੁਣ ਖਤਮ ਹੋ ਗਈ ਸੀ, ਪਰ ਹੋਂਡਾ ਆਪਣਾ ਸਭ ਕੁਝ ਖੋ ਬੈਠਾ ਸੀ। ਉਸਨੇ ਆਪਣੇ ਬਚੇ ਕੁਚੇ ਐਸਿਡ ਟੋਇਟਾ ਨੂੰ 4,50,000 ਵਿੱਚ ਵੇਚ ਕੇ ਅਤੇ ਇੱਕ ਵਾਰ ਫਿਰ ਬੇਰੁਜ਼ਗਾਰ ਹੋ ਕੇ ਬੈਠ ਗਿਆ। ਇਹ ਹਾਲਤ ਇਕੱਲੇ ਹੋਂਡਾ ਦੀ ਨਹੀਂ ਸੀ, ਬਲਕਿ ਪੂਰਾ ਜਾਪਾਨ ਬਹੁਤ ਬੁਰੇ ਟਾਈਮ ਵਿੱਚੋਂ ਗੁਜ਼ਰ ਰਿਹਾ ਸੀ। ਇਕੋਨਮੀ ਮਿਲਟ ਹੋ ਰਹੀ ਸੀ ਔਰ ਖਾਣਾ ਪੀਣਾ ਵੀ ਚੀਜ਼ਾਂ ਦੀ ਕਮੀ ਅਤੇ ਮਹਿੰਗਾਈ ਨੇ ਸਭ ਦੀ ਕਮਰ ਤੋੜ ਰੱਖੀ ਸੀ। ਪਬਲਿਕ ਟਰਾਂਸਪੋਰਟ ਦਾ ਮਿਲਣਾ ਬਹੁਤ ਮੁਸ਼ਕਿਲ ਸੀ। ਇਸ ਦੌਰਾਨ ਹੋਂਡਾ ਨੂੰ ਜਾਪਾਨੀ ਆਰਮੀ ਦਾ ਇੱਕ ਛੋਟਾ ਜਿਹਾ ਇੰਜਣ ਮਿਲਿਆ, ਜਿਸ ਨਾਲ ਉਹ ਵਾਇਰਲੈਸ ਰੇਡੀਓ ਚਲਾਉਂਦੇ ਸੀ। ਆਪਣੀ ਆਦਤ ਤੋਂ ਮਜਬੂਰ ਉਸ ਨੂੰ ਇੱਕ ਆਈਡੀਆ ਆਇਆ। ਉਸਨੇ ਸੋਚਿਆ ਕਿ ਕਿਉਂ ਨਾ ਇਸ ਇੰਜਣ ਨੂੰ ਸਾਈਕਲ ਵਿੱਚ ਲਗਾ ਕੇ ਆਪਣੀ ਟਰਾਂਸਪੋਰਟ ਦਾ ਮਸਲਾ ਹੱਲ ਕੀਤਾ ਜਾਵੇ, ਕਿਉਂਕਿ ਉਸ ਟਾਈਮ ਲੋਕ ਪਹਿਲਾਂ ਹੀ ਮਹਿੰਗਾਈ ਤੋਂ ਬਹੁਤ ਪਰੇਸ਼ਾਨ ਸੀ। ਤਾਂ
ਜਦੋਂ ਲੋਕਾਂ ਨੇ ਇਸ ਇੰਜਣ ਸਾਈਕਲ ਤੇ ਲੱਗਿਆ ਦੇਖਿਆ ਤਾਂ ਲੋਕਾਂ ਨੂੰ ਇਹ ਆਈਡੀਆ ਬਹੁਤ ਵਧੀਆ ਲੱਗਿਆ। ਫਿਰ ਕੁਝ ਹੋਰ ਇੰਜਣ ਹੋਂਡਾ ਨੂੰ ਮਿਲ ਗਏ, ਪਰ ਲੋਕਾਂ ਦੀ ਡਿਮਾਂਡ ਇੰਨੀ ਜ਼ਿਆਦਾ ਸੀ ਕਿ ਫਿਰ ਹੋਂਡਾ ਨੇ ਖੁਦ ਦਾ ਇੱਕ ਨਵਾਂ ਇੰਜਣ ਡਿਜ਼ਾਈਨ ਕਰ ਲਿਆ। ਇਹ ਦੁਨੀਆ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਮਸ਼ੀਨਰੀ ਉੱਪਰ ਹੋਂਡਾ ਦਾ ਲੋਗੋ ਦਿਖਿਆ। ਹੁਣ ਹੋਂਡਾ ਕੋਲ ਇੰਨੇ ਪੈਸੇ ਨਹੀਂ ਸੀ ਉਹ ਵੱਡੇ ਲੈਵਲ ਤੇ ਇੱਕ ਸਾਈਕਲ ਬਣਾ ਸਕੇ। ਫਿਰ ਉਸਨੇ 18,000 ਦੁਕਾਨਦਾਰਾਂ ਨੂੰ ਓਪਨ ਲੈਟਰ ਲਿਖਿਆ, ਜਿਨ੍ਹਾਂ ਵਿੱਚੋਂ 3,000 ਦੁਕਾਨਦਾਰਾਂ ਨੇ ਉਸ ਨੂੰ ਪੋਜ਼ਿਟਿਵ ਰਿਪਲਾਈ ਦਿੱਤਾ ਅਤੇ ਪੈਸੇ ਵੀ ਐਡਵਾਂਸ ਦੇ ਦਿੱਤੇ। ਅਗਲੇ 3 ਸਾਲਾਂ ਵਿੱਚ ਹੋਂਡਾ ਨੇ ਇੱਕ ਅਜਿਹਾ ਮੋਟਰਸਾਈਕਲ ਤਿਆਰ ਕੀਤਾ ਜੋ ਮਾਰਕੀਟ ਦੀ ਰਿਕੁਆਇਰਮੈਂਟ ਦੇ ਬਿਲਕੁਲ ਮੁਤਾਬਿਕ ਸੀ। ਸੁਪਰ ਕੱਪ ਦੇ ਨਾਮ ਨਾਲ ਲਾਂਚ ਕੀਤਾ ਗਿਆ। ਮਾਰਕੀਟ ਵਿੱਚ ਆਉਣ ਸਾਰ ਹੀ ਧੂਮ ਮਚਾ ਦਿੱਤੀ। ਇਹ ਮਾਡਲ ਇੰਨਾ ਕਾਮਯਾਬ ਹੋਇਆ ਕਿ ਸੰਨ 1958 ਵਿੱਚ ਇਸ ਨੇ ਅਮਰੀਕਾ ਦੇ ਆਪਣੇ ਟਰਾਇੰਫ ਅਤੇ ਹਾਰਲੇ ਦੀ ਸੇਲ ਨੂੰ ਵੀ ਪਿੱਛੇ ਛੱਡ ਦਿੱਤਾ। ਕਿਉਂਕਿ ਹੋਂਡਾ ਨੂੰ ਰੇਸਿੰਗ ਦਾ ਬਹੁਤ ਸ਼ੌਕ ਤਾਂ ਸੀ, ਫਿਰ ਉਸ ਨੇ ਇੱਕ ਸਪੋਰਟਸ ਬਾਈਕ ਬਣਾਉਣ ਦਾ ਫੈਸਲਾ ਲਿਆ। ਹੋਂਡਾ ਅਲੱਗ-ਅਲੱਗ ਬਾਈਕ ਰੇਸਾਂ ਵਿੱਚ ਜਾਂਦਾ ਤੇ ਜਿੱਤਣ ਵਾਲੀ ਬਾਈਕ ਦੇ ਖਾਸ ਫੀਚਰ ਨੋਟ ਕਰਦਾ ਰਹਿੰਦਾ। ਫਿਰ ਕੁਝ ਸਾਲਾਂ ਬਾਅਦ ਹੋਂਡਾ ਦੀ ਸਪੋਰਟਸ ਬਾਈਕ ਵੀ ਬਣ ਕੇ ਤਿਆਰ ਹੋ ਗਈ, ਜਿਸ ਨੇ ਸੰਨ 1962 ਵਿੱਚ ਇੰਟਰਨੈਸ਼ਨਲ ਰੇਸਿੰਗ ਕੰਪੀਟੀਸ਼ਨ ਵਿੱਚ ਫਸਟ ਪੋਜੀਸ਼ਨ ਹਾਸਲ ਕੀਤੀ। ਇਸ ਰੇਸ ਨੇ ਹੋਂਡਾ ਦਾ ਨਾਮ ਪੂਰੀ ਦੁਨੀਆ ਵਿੱਚ ਫੇਮਸ ਕਰ ਦਿੱਤਾ। ਫਿਰ ਹੋਂਡਾ ਦੁਨੀਆ ਦੀ ਸਭ ਤੋਂ ਬੜੀ ਮੋਟਰਸਾਈਕਲ ਮੈਨੂਫੈਕਚਰਿੰਗ ਕੰਪਨੀ ਬਣ ਚੁੱਕੀ ਸੀ ਅਤੇ ਸੰਨ 1968 ਤੱਕ ਇਹ ਕੰਪਨੀ 1 ਕਰੋੜ ਯੂਨਿਟਸ ਸੇਲ ਕਰ ਚੁੱਕੀ। ਆਪਣੀ ਜ਼ਿੰਦਗੀ ਦੇ 62 ਸਾਲ ਗੁਜ਼ਰ ਜਾਣ ਤੋਂ ਬਾਅਦ ਆਖਿਰਕਾਰ ਸੁਚਾਇਰੋ ਹੋਂਡਾ ਨੂੰ ਕਾਮਯਾਬੀ ਤਾਂ ਮਿਲ ਚੁੱਕੀ ਸੀ, ਪਰ ਜੋ ਸੁਪਨਾ ਉਹ ਬਚਪਨ ਤੋਂ ਲਈ ਬੈਠਾ ਸੀ ਉਹ ਸੁਪਨਾ ਹਜੇ ਪੂਰਾ ਨਹੀਂ ਸੀ ਹੋਇਆ। ਹੋਂਡਾ ਹੁਣ ਕਾਰ ਮੈਨੂਫੈਕਚਰਿੰਗ ਵੱਲ ਵੀ ਜਾਣਾ ਚਾਹੁੰਦਾ ਸੀ। ਕਈ ਲੋਕਾਂ ਨੇ ਉਸ ਨੂੰ ਇਹ ਕਰਨ ਤੋਂ ਮਨਾ ਵੀ ਕੀਤਾ, ਪਰ ਉਸ ਨੇ ਕਿਸੇ ਦੀ ਇੱਕ ਵੀ ਨਾ ਸੁਣੀ। ਉਸ ਵਕਤ ਜਾਪਾਨ ਵਿੱਚ ਟੋਇਟਾ ਅਤੇ ਨਿਸਾਨ ਵਰਗੀਆਂ ਕੰਪਨੀਆਂ ਆਪਣਾ ਬਿਜ਼ਨਸ ਜਮਾ ਕੇ ਬੈਠੀਆਂ ਸੀ, ਪਰ ਮਾਰਕੀਟ ਵਿੱਚ ਆਪਣੀ ਨਵੀਂ ਜਗ੍ਹਾ ਬਣਾਉਣੀ ਬਹੁਤ ਮੁਸ਼ਕਿਲ ਸੀ। ਹੋਂਡਾ ਨੇ ਪਹਿਲੀ ਪਿਕਅਪ T63 ਲਾਂਚ ਕੀਤੀ ਜੋ ਕਿ ਫੇਲ ਹੋ ਗਈ। ਉਸ ਤੋਂ ਬਾਅਦ ਸਪੋਰਟਸ ਕਾਰ S500 ਲਾਂਚ ਕੀਤੀ, ਜਿਸ ਦੇ ਸਿਰਫ 1300 ਯੂਨਿਟਸ ਵੀ ਹੀ ਵਿਕ ਪਾਏ। ਕਈ ਸਾਲਾਂ ਦੀ ਮਿਹਨਤ ਅਤੇ ਕਈ ਦਰਜਨਾਂ ਡਿਜ਼ਾਈਨ ਰਿਜੈਕਟ ਹੋਣ ਤੋਂ ਬਾਅਦ ਫਾਈਨਲੀ ਸੰਨ 1972 ਵਿੱਚ ਹੋਂਡਾ ਸਿਵਿਕ ਲਾਂਚ ਕੀਤੀ ਗਈ। ਇਹ ਉਹ ਗੱਡੀ ਹੈ ਜਿਸ ਦੇ ਨਵੇਂ ਮਾਡਲ ਅੱਜ ਤੱਕ ਵੀ ਦੁਨੀਆ ਵਿੱਚ ਫੇਮਸ ਨੇ। ਸੰਨ 1980 ਵਿੱਚ ਹੋਂਡਾ ਮੋਟਰਸ ਜਾਪਾਨ ਦੀ ਤੀਸਰੀ ਵੱਡੀ ਕੰਪਨੀ ਸੀ ਅਤੇ ਹੋਰ 10 ਸਾਲਾਂ ਵਿੱਚ ਇਹ ਦੁਨੀਆ ਦੀ ਤੀਸਰੀ ਵੱਡੀ ਕੰਪਨੀ ਬਣ ਗਈ। ਅੱਜ ਸਾਨੂੰ ਹੋਂਡਾ ਦਾ ਨਾਮ ਕਾਰਾਂ, ਮੋਟਰਸਾਈਕਲ, ਸਪੋਰਟ ਇੰਜਣ, ਪਲੇਨ ਇੰਜਣ ਅਤੇ ਹੋਰ ਵੀ ਕਈ ਮਸ਼ੀਨਾਂ ਤੇ ਦੇਖਣ ਨੂੰ ਮਿਲਦਾ ਹੈ। ਚਾਇਰੋ ਹੋਂਡਾ ਨੇ ਹੋਂਡਾ ਸਿਵਿਕ ਲਾਂਚ ਹੋਣ ਤੋਂ ਬਾਅਦ ਅਗਲੇ ਹੀ ਸਾਲ ਕੰਪਨੀ 1973 ਵਿੱਚ ਕੰਪਨੀ ਤੋਂ ਰਿਟਾਇਰਮੈਂਟ ਲੈ ਲਈ ਸੀ। 5 ਅਗਸਤ ਸੰਨ 1991 ਨੂੰ ਉਹਨਾਂ ਦਾ ਇਹ ਜ਼ਿੰਦਗੀ ਨਾਲ ਸਫ਼ਰ ਹਮੇਸ਼ਾ ਲਈ ਖਤਮ ਹੋ ਗਿਆ। ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸ਼ੇਅਰ ਜ਼ਰੂਰ ਕਰਿਓ। ਸ਼ੁਕਰੀਆ, ਧੰਨਵਾਦ।